तेरा कीता जातो नाही, मैनू जोग की तोई। मैं निर्गुण यारे को गुण नाही, आपे तरस पयोई। तरस पया मेह रहमत होई, सतगुर सज्जन मिलिया। नानक नाम मिलै तां जीवा, तन मन थीवै हरिया। श्लोक डंडौत बंदन अनक बार, सर्ब कला समरथ। डोलन ते रखो प्रभु, नानक दे कर हथ। सज्जन सच्चा पातशाहो, सिर सांधै साहो। जिस पास बैठिया सोहिया, सबना दा वेसाहु। सतनाम श्री वाहिगुरु साहिब जी। तनासरी महला पहला, घर दूजा अष्टपदिया। एक ओंकार सतगुर प्रसाद। गुर सागर रतनी भरपूरे, अमृत संत चुगह नहीं दूरे। हर रस चोग चुगह प्रभ भावै, सरवर मह हंस प्राण पत पावै। गुर सागर रतनी भरपूरे, अमृत संत चुगह नहीं दूरे। हर रस चोग चुगह प्रभ भावै, सरवर मह हंस प्राण पत पावै। वाहिगुरु जी का खालसा, वाहिगुरु जी की फतेह। सन्मानयोग चवर छतर तख्त दे मालक, जुगो जुग अटल सतगुरु साहिब श्री गुरु ग्रंथ ਸਾਹਿਬ महाराज जीओ। तिन्हां दी पावन पवित्र हजूरी विच गुरुद्वारा सैन होजे विखे ਅੰਮ੍ਰਿਤ ਵੇਲਾ सच नाउ वड्याई विचार ਦੇ महावाका अनुसार बहुत खुशी की गल है। सारी रात कल युग में कीर्तन प्रधाना, ऐसा कीर्तन कर मन मेरे, इहाँ ऊहाँ जो काम तेरे। कीर्तन निर्मोलक हीरा, आनंद गुणी गहीरा। रैन सबाई कीर्तन होया है। भागां वालियां ने हाजरियां भर के अपने जीवन दियां घड़ियां सफलियां कीतियां हन। रोजाना के नेम अनुसार अमृत वेले साहिबां दे प्रकाश होए। पावन बाणी सुखमनी साहिब जी के पाठ, पंज बाणियां के पाठ, आस्था जी दीवार दे हर जस कीर्तन भाई साहब भाई मनमोहन सिंह जी के जथे पासों श्रवण किए हैं। सैकटरी जी ने बड़े सचजे ढंग दे नाल आप संगतां नूं सारा प्रोग्राम दर्शाया है। आओ समा सीमित है। सतवें पातशाह गुरु हर राय साहब महाराज जी की महिमा कथन नहीं की जा सकती।
ਭਗਤ ਰਵਿਦਾਸ ਜੀ ਦੀ ਮਹਿਮਾ ਵੀ ਕਥਨ ਨਹੀਂ ਕੀਤੀ ਜਾ ਸਕਦੀ। ਆਪਾਂ ਇਹ ਦੋਵੇਂ ਜੋ ਦਿਹਾੜੇ ਨੇ ਇਹਨਾਂ ਦੀ ਵਿਚਾਰਧਾਰਾ ਜੋ ਦਾਸ ਦਾ ਸਮਾਂ 12 ਵਜੇ ਤੋਂ ਲੈ ਕੇ 12:40 ਤੱਕ ਹੈ ਉਸ ਸਮੇਂ ਵਿੱਚ ਕਰਾਂਗੇ, ਕਿਉਂਕਿ ਅੱਜ ਦਾ ਹੁਕਮਨਾਮਾ ਜੋ ਸ਼ਬਦ ਹੈ ਉਹ ਬਹੁਤ ਵੱਡਾ ਹੈ। ਇਸ ਕਰਕੇ ਤਕਰੀਬਨ 20-22 ਮਿੰਟ ਦਾ ਸਮਾਂ ਹੈ। ਇਤਨੇ ਸਮੇਂ ਵਿੱਚ ਇਹ ਹੁਕਮਨਾਮੇ ਦੀ ਵਿਚਾਰਧਾਰਾ ਹੀ ਆਪਾਂ ਸ਼ਰਵਣ ਕਰਾਂਗੇ। ਇਹ ਪਾਵਨ ਸ਼ਬਦ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਧਰਤੀ ਤੋਂ ਦਾਸ ਆਇਆ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸ ਪਾਵਨ ਪਵਿੱਤਰ ਧਰਤੀ ਦੇ 14 ਸਾਲ 9 ਮਹੀਨੇ 13 ਦਿਨ ਦਾ ਸਮਾਂ ਗੁਜ਼ਾਰਿਆ। ਜਗਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਉਸ ਧਰਤੀ ਦੇ ਵਿਆਹੇ ਹੋਏ ਸਨ। ਬੇਬੇ ਨਾਨਕੀ ਜੀ ਦਾ ਆਪਣੇ ਵੀਰ ਗੁਰੂ ਨਾਨਕ ਦੇਵ ਜੀ ਨਾਲ ਕਿਤਨਾ ਪਿਆਰ ਸੀ, ਉਹ ਪਿਆਰ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਪਿਆਰ ਸਦਕਾ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਏ। ਆਪਾਂ ਜਿਤਨਾ ਸਮਾਂ ਦਾਸ ਨੂੰ ਇੱਥੇ ਪ੍ਰਾਪਤ ਹੋਇਆ ਹੈ, ਉਤਨੇ ਸਮੇਂ ਵਿੱਚ ਕੇਵਲ ਸੁਲਤਾਨਪੁਰ ਦਾ ਇਤਿਹਾਸ ਹੀ ਨਹੀਂ, ਸੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਾ ਜੋ ਨਨਕਾਣਾ ਸਾਹਿਬ ਦੀ ਧਰਤੀ ਦੇ ਚੋਜ ਨੇ, ਕੌਤਕ ਨੇ, ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਮਹਾਰਾਜ ਜੀ ਨੇ ਜੋ ਬਖਸ਼ਾਂ ਕੀਤੀਆਂ ਨੇ। ਔਰ ਬਾਬਾ ਦੇਖਿਆ ਧਿਆਨ ਧਰ ਜਲਦੀ ਸਭ ਪ੍ਰਿਥਵੀ ਤਿਸ ਆਈ, ਚੜ੍ਹਿਆ ਸੁਧਨ ਤਰਦ ਲੁਕਾਈ ਦੇ ਮਹਾਂਵਾਕਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਉਦਾਸੀਆਂ ਦਾ ਸੰਖੇਪ ਵਿੱਚ ਆਪਾਂ ਪ੍ਰਸੰਗ ਸ਼ਰਵਣ ਕੀਤਾ ਹੈ। ਆਓ ਗੁਰੂ ਨਾਨਕ ਦੇਵ ਜੀ ਦੇ ਪਾਵਨ ਸ਼ਬਦ ਦੀ ਵਿਚਾਰਧਾਰਾ ਸ਼ਰਵਣ ਕਰਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ। ਰਸਨਾ ਦੀ ਪਵਿੱਤਰਤਾ ਵਾਸਤੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਏਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਹੈ। ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 685 ਤੋਂ ਪ੍ਰਾਰੰਭ ਹੋ ਕੇ 686 ਤੇ ਸੰਪੰਨ ਹੁੰਦਾ ਹੈ। ਅਸ਼ਟਪਦੀਆਂ 8 ਪਦੀਆਂ ਵਾਲਾ 8 ਪਦਿਆਂ ਵਾਲਾ ਸ਼ਬਦ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਨੂੰ ਇਸ ਵਿੱਚ ਸਾਗਰ ਸਮੁੰਦਰ ਆਖਿਆ ਹੈ। ਜਿਵੇਂ ਸਮੁੰਦਰ ਵਿੱਚ ਹੀਰੇ ਜਵਾਹਰ ਆਦਿਕ ਰਤਨ ਆਦਿਕ ਨੇ, ਜਿਸ ਵੇਲੇ ਸਮੁੰਦਰ ਨੂੰ ਰਿੜਕਿਆ ਉਸ ਵਿੱਚੋਂ 14 ਰਤਨ ਨਿਕਲੇ। ਸ਼੍ਰੀਮਨ ਰੰਭਾ ਵਾਰਣੀ ਆ ਚੰਦਰਮਾ ਵੀ ਸਮੁੰਦਰ ਦੇ ਰਿੜਕਣ 'ਚੋਂ ਨਿਕਲਿਆ, ਅੰਮ੍ਰਿਤ ਵੀ ਨਿਕਲਿਆ, ਜ਼ਹਿਰ ਵੀ ਮਿਲੀ। ਸੋ ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ ਨੇ। ਅਤੇ ਇਸੇ ਤਰ੍ਹਾਂ ਜਿਹੜਾ ਗੁਰੂ ਹੈ ਨਾ, ਗੁਰ ਸਾਗਰ, ਗੁਰੂ ਮਹਾਰਾਜ ਜੀ ਵੀ ਸਾਗਰ ਸਮੁੰਦਰ ਦੀ ਨਿਆਈ ਹਨ ਅਤੇ ਰਤਨਾਂ ਦੇ ਨਾਲ ਭਰੀਪੂਰਨ ਹਨ। ਕਿਹੜੇ ਰਤਨ? ਜੋ ਪਾਵਨ ਬਾਣੀ ਜਪਜੀ ਸਾਹਿਬ ਵਿੱਚ ਆਖਿਆ, ਮੱਤ ਵਿੱਚ ਰਤਨ ਜਵਾਹਰ ਮਾਨਕ ਜੇਗ ਗੁਰ ਕੀ ਸਿੱਖ ਸੁਣੀ। ਗੁਰੂ ਦੀ ਜਿਨ੍ਹਾਂ ਨੇ ਸਿੱਖਿਆ ਸੁਣੀ ਆ, ਜਿਵੇਂ ਤੁਸੀਂ ਬੈਠ ਕੇ ਗੁਰੂ ਦੀ ਸਿੱਖਿਆ ਸੁਣ ਰਹੇ ਹੋ, ਗੁਰੂ ਦੀ ਸਿੱਖਿਆ ਸੁਣਨ ਦੇ ਨਾਲ ਪਤਾ ਲੱਗੇਗਾ ਗੁਰੂ ਦੇ ਪਾਸ ਕਿਤਨੇ ਰਤਨ ਹਨ, ਗੁਰੂ ਦੇ ਪਾਸ ਕਿਤਨੀਆਂ ਬਖਸ਼ਾਂ ਹਨ। ਜਿਤਨੀਆਂ ਬਖਸ਼ਾਂ ਪਰਮੇਸ਼ਰ ਦੇ ਪਾਸ ਹਨ, ਉਤਨੀਆਂ ਬਖਸ਼ਾਂ ਹੀ ਗੁਰੂ ਦੇ ਪਾਸ ਹਨ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਤੇ ਪਰਮੇਸ਼ਰ ਇੱਕ ਹੀ ਹਨ। ਸੋ ਗੁਰੂ ਕਿਹੜੇ? ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਅਵਤਾਰ ਹਨ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਰੀਰ ਕਰਕੇ 10 ਜਾਮੇ ਧਾਰਨ ਕੀਤੇ। 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਗੋਂ ਵਿਅਕਤੀਗਤ ਗੁਰੂ ਨਾ ਧਾਰਨ ਕਰਨ ਦਾ ਫੈਸਲਾ ਲੈ ਕੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਰੱਖ ਕੇ ਸਾਨੂੰ ਕੀ ਹੁਕਮ ਕੀਤਾ? ਮਹਾਰਾਜ ਜੀ ਨੇ ਆਖਿਆ, ਆਗਿਆ ਭਈ ਅਕਾਲ ਕੀ,
ਕਹਿੰਦੇ ਮੇਰੀ ਆਗਿਆ ਨਹੀਂ, ਅਕਾਲ ਪੁਰਖ ਦੀ ਆਗਿਆ ਹੈ। ਤਬੈ ਚਲਾਇਓ ਪੰਥ। ਜੋ ਖਾਲਸਾ ਪੰਥ ਹੈ ਨਾ, ਇਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਉਤਪੰਨ ਹੋਇਆ ਹੈ। ਸਭ ਸਿੱਖਣ ਕੋ ਹੁਕਮ ਹੈ। ਸਿੱਖਣ ਦਾ ਅਰਥ ਇਹ ਨਹੀਂ ਕਿ ਕੇਸ ਤੇ ਦਾੜੇ ਵਾਲਿਆਂ ਸਿੱਖਾਂ ਦਾ ਵਾਚਕ ਹੈ। ਇੱਥੇ ਸਿੱਖਣ ਦਾ ਅਰਥ ਹੈ ਸਿੱਖਿਆ ਲੈਣ ਵਾਲਿਆਂ ਦਾ। ਸਭ ਸਿੱਖਣ ਕੋ ਹੁਕਮ ਹੈ। ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਲੈਣੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਤਾ ਸਮਝ ਲੈਣਾ, ਸਿੱਖਾਂ ਦੇ ਗੁਰੂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਗੁਰੂ ਨੇ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲਈ। ਜਿਸ ਨੇ ਪ੍ਰਭੂ ਨੂੰ ਮਿਲਣਾ ਹੈ, ਕਿਸੇ ਮਜ਼ਹਬ ਗੋਤ ਧਰਮ ਵਾਲਾ ਹੋਏ, ਉਹ ਗੁਰੂ ਮਹਾਰਾਜ ਜੀ ਦੀ ਸਿੱਖਿਆ ਨੂੰ ਹਿਰਦੇ 'ਚ ਵਸਾ ਲਏ, ਰਸਾ ਲਏ, ਤਸਾ ਲਏ। ਆਓ ਗੁਰੂ ਜੀ ਦੀ ਸਿੱਖਿਆ ਕੀ ਹੈ? ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਮਹਾਰਾਜ ਸਮੁੰਦਰ ਦੀ ਨਿਆਈ ਨੇ, ਰਤਨਾਂ ਨਾਲ ਭਰੀ ਪੂਰਨ ਹਨ। ਅਤੇ ਜਿਹੜੇ ਸੰਤ ਸ਼ਾਂਤ ਆਤਮਾਵਾਂ, ਇੱਥੇ ਸੰਤ ਦਾ ਵਾਚਕ ਸੋ ਕੇਵਲ ਸਿੱਖ ਪੰਥ ਵਿੱਚ ਜਿਹੜੇ ਸੰਤ ਨੇ ਜਾਂ ਸਨਾਤਨ ਮਨ ਦੇ ਸੰਤ ਨੇ, ਉਹਨਾਂ ਦਾ ਵਾਚਕ ਨਹੀਂ। ਇੱਥੇ ਸੰਤ ਹੈ ਸ਼ਾਂਤ ਆਤਮਾਵਾਂ, ਜਿਗਿਆਸੂ ਜਨਾਂ ਦਾ ਵਾਚਕ ਹੈ। ਗੁਰੂ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦੇਣ ਦੇ ਸਮੇਂ ਕਿਤਨੇ ਸ਼ੁਭ ਅੱਖਰ ਵਰਤੇ ਨੇ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰ ਹੋ, ਆਪ ਹੋ ਸੰਤ ਹੋ, ਮੁਰਾਦ ਆਓ ਜਿਗਿਆਸੂ ਜਨੋ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਜਿਹੜੇ ਸੋ ਇਹ ਰਤਨਾਂ ਨੂੰ ਚੁਗਦੇ ਨੇ, ਨਾਮ ਨੂੰ ਜਪਦੇ ਨੇ, ਉਹ ਫਿਰ ਸੰਤ ਬਣ ਜਾਂਦੇ ਨੇ। ਸੋ ਉਹ ਕੋਈ ਦੂਰ ਨਹੀਂ ਹਨ। ਜਿਵੇਂ ਉਦਾਹਰਨ ਪ੍ਰਮਾਣ ਦੇ ਕੇ ਅੱਗੇ ਦੱਸਣਗੇ ਇਸੇ ਪੌੜੀ ਵਿੱਚ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਹਰੀ ਦੇ ਨਾਮ ਰਸ ਰੂਪੀ ਚੋਗਾ ਉਹ ਚੁਗਦੇ ਨੇ। ਕਿਹੜੇ? ਪ੍ਰਭ ਭਾਵੈ, ਜਿਹੜੇ ਪ੍ਰਭੂ ਨੂੰ ਭਾ ਜਾਂਦੇ ਨੇ, ਪ੍ਰਭੂ ਨੂੰ ਚੰਗੇ ਲੱਗ ਜਾਂਦੇ ਨੇ। ਹੁਣ ਵਿਚਾਰ ਕਰੀਏ, ਪ੍ਰਭੂ ਨੂੰ ਚੰਗਾ ਕੌਣ ਲੱਗਦਾ ਹੈ? ਜਿਹੜਾ ਪ੍ਰਭੂ ਦੇ ਕਹੇ ਅਨੁਸਾਰ ਜੀਵਨ ਢਾਲਦਾ ਹੈ। ਪਿਤਾ ਦੇ ਗੁਰੂ ਰਾਮਦਾਸ ਜੀ ਦੇ 3 ਸਪੁੱਤਰ ਨੇ। ਵੱਡੇ ਪ੍ਰਿਥਵੀ ਚੰਦ, ਮੰਝਲੇ ਮਹਾਦੇਵ, ਸਭ ਤੋਂ ਛੋਟੇ ਅਰਜਨ ਦੇਵ ਜੀ। ਵੱਡਾ ਪ੍ਰਿਥਵੀ ਚੰਦ ਭਾਵੇਂ ਵੱਡਾ ਸੀ ਉਮਰ ਵਿੱਚ, ਪਰ ਗੁਰੂ ਰਾਮਦਾਸ ਜੀ ਨੂੰ ਭਾਇਆ ਨਹੀਂ। ਮੰਝਲਿਆਂ ਦਾ ਸੁਭਾਅ ਮਸਤ ਸੀ। ਛੋਟੇ ਭਾ ਗਏ ਅਤੇ ਗੁਰਤਾ ਗੱਦੀ ਦੀ ਬਖਸ਼ਿਸ਼ ਲੈ ਗਏ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇਸੇ ਤਰ੍ਹਾਂ ਏਕ ਪਿਤਾ ਏਕ ਸਕੇਹਮ ਬਾਰਕ, ਤੂੰ ਮੇਰਾ ਗੁਰਹਾਈ। ਆਪਾਂ ਉਸਦੇ ਸਾਰੇ ਪੁੱਤਰ ਹਾਂ। ਜਿਸ ਵੇਲੇ ਉਸ ਨੂੰ ਭਾ ਜਾਵਾਂਗੇ, ਪ੍ਰਭ ਭਾਵੈ, ਪ੍ਰਭੂ ਨੂੰ ਭਾਵਾਂਗੇ, ਹਰਸ ਚੋਗ ਚੁਗਹਿ, ਫਿਰ ਹਰੀ ਦਾ ਨਾਮ ਰੂਪੀ ਰਸ ਰੂਪੀ ਚੋਗਾ ਚੁਗ ਲਵਾਂਗੇ। ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਪਹਿਲੀ ਪੌੜੀ ਦੀ ਸੰਪੂਰਨਤਾ 'ਤੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਹੈ। ਸੋ ਸਰਵਰ ਸਰੋਵਰ ਰੂਪੀ, ਸਮੁੰਦਰ ਰੂਪੀ ਪਰਮੇਸ਼ਰ ਹੈ, ਗੁਰੂ ਮਹਾਰਾਜ ਜੀ ਹਨ, ਅਤੇ ਹੰਸ ਰੂਪੀ ਜੀਵ ਹੈ। ਪ੍ਰਾਨ ਪਤ ਭਾਵੈ, ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪਾਵੈ, ਉਹ ਪ੍ਰਾਪਤ ਕਰ ਲੈਂਦੇ ਨੇ ਗੁਰੂ ਦੇ ਰਾਹੀਂ। ਕੱਲ੍ਹ ਅੰਮ੍ਰਿਤ ਸੰਚਾਰ ਹੋਇਆ ਇਸੇ ਸਥਾਨ 'ਤੇ। ਭਾਗਾਂ ਵਾਲਿਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਰਹਿਤ ਮਰਿਆਦਾ 'ਚ ਪਰਪੱਕ ਹੋਣਾ ਕੀਤਾ, ਉਹ ਪ੍ਰਭੂ ਨੂੰ ਭਾ ਗਏ। ਜਿਨ੍ਹਾਂ ਨੇ ਅੰਮ੍ਰਿਤ ਪਾਨ ਅਜੇ ਤੱਕ ਨਹੀਂ ਕੀਤਾ, ਮਾਈਂਡ ਬਣਾਓ, ਮਨ ਬਣਾਓ। ਜੋ ਅਗਲਾ ਦੀਵਾਨ, ਉਸ ਵਿੱਚ ਆਪਾਂ ਅੰਮ੍ਰਿਤ ਛਕਣ ਵਾਸਤੇ ਚਿੱਤ ਕਿਵੇਂ ਕਰੇਗਾ, ਇਹ ਵੀ ਵਿਚਾਰਾਂ ਸ਼ਰਵਣ ਕਰਾਂਗੇ। ਆਓ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ। ਕਿਆ ਬੱਗ ਬੱਪੜਾ ਛੱਪੜੀ ਨਹਾਏ। ਹੰਸ ਵੀ ਚਿੱਟੇ ਹੁੰਦੇ ਨੇ ਅਤੇ ਬਗਲੇ ਵੀ ਚਿੱਟੇ ਹੁੰਦੇ ਨੇ। ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੈ। ਜਿਹੜਾ ਬਗਲਾ ਹੈ ਨਾ, ਉਹ ਡੱਡੀਆਂ ਖਾਂਦਾ ਹੈ। ਅਤੇ ਹੰਸਾਂ ਰੂਪੀ ਸੰਤ, ਹੀਰਿਆਂ ਰੂਪੀ ਪਰਮੇਸ਼ਰ ਦਾ ਨਾਮ ਚੁਗਦੇ ਨੇ। ਅਤੇ ਬਗਲਿਆਂ ਰੂਪੀ ਮਨਮੁਖ ਵਿਅਕਤੀ ਨਿੰਦਿਆ ਚੁਗਲੀ ਰੂਪੀ ਡੱਡੀਆਂ ਖਾਂਦੇ ਨੇ। ਕਿਆ ਬੱਗ ਬੱਪੜਾ ਛੱਪੜੀ ਨਹਾਏ। ਜਿਹੜੇ ਬਗਲੇ ਨੇ ਉਹ ਛੱਪੜੀਆਂ 'ਚ ਨਹਾਉਂਦੇ ਨੇ, ਅਤੇ ਛੱਪੜੀਆਂ ਨੂੰ ਕੀ ਮਿਲਦਾ? ਕੀਚੜ ਡੁੱਬੈ ਮੈਲ ਨਾ ਜਾਏ, ਚਿੱਕੜ 'ਚ ਹੀ ਡੁੱਬ ਜਾਂਦੇ ਨੇ।
ਤੇ ਮੈਲ ਨਹੀਂ ਜਾਂਦੀ। ਰਹਾਉ ਵਿਸਰਾਮ ਦੇ ਕੇ ਕਥਨ ਕਰਦੇ ਹਨ, ਰੱਖ ਰੱਖ ਚਰਨ ਧਰੇ ਵਿਚਾਰੀ। ਇਸ ਕਰਕੇ ਸੰਸਾਰ 'ਤੇ ਰਹਿੰਦਿਆਂ ਹੋਇਆਂ ਜਿੱਥੇ ਵੀ ਪੈਰ ਰੱਖਣਾ ਹੈ, ਮੁਰਾਦ ਜੀਵਨ 'ਚ ਚੱਲਣਾ ਹੈ, ਵਿਚਾਰ ਦੇ ਨਾਲ ਚੱਲਣਾ ਹੈ। ਮਹਾਰਾਜ ਜੀ ਦਾ ਸਾਨੂੰ ਹੁਕਮ ਹੈ, ਗੁਰੂ ਜੀ ਦਾ ਹੁਕਮ ਹੈ, ਵਿਚਾਰ ਨਾਲ ਜੀਵਨ ਵਿੱਚ ਚੱਲਣਾ ਹੈ। ਵਿਚਾਰ ਬਖਸ਼ੀ ਹੈ ਮਹਾਰਾਜ ਜੀ ਨੇ, ਅਕਲ ਬਖਸ਼ੀ ਹੈ, ਸਮਝ ਬਖਸ਼ੀ ਹੈ। ਦੁਬਦਾ ਛੋੜ ਭਏ ਨਿਰੰਕਾਰੀ। ਕੀ ਕਰਨਾ ਹੈ? ਮਹਾਰਾਜ ਜੀ ਕਹਿੰਦੇ ਦੁਬਦਾ ਨੂੰ ਛੱਡ ਦਿਓ। ਇਹ ਦੁਬਦਾ ਇਹੋ ਜਿਹੀ ਹੈ, ਇਸ ਬਾਰੇ ਗੌੜੀ ਰਾਗ ਵਿੱਚ ਸ਼ਬਦ ਹੈ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਸਮਾਪਤੀ ਦੇ ਲਿਖਿਆ ਸ਼ਬਦ ਦੀ, ਗੁਰ ਦੁਬਦਾ ਜਾ ਕੀ ਹੈ ਮਾਰੀ, ਕਹੋ ਨਾਨਕ ਤਿਸ ਜਨ ਬਲਹਾਰੀ। ਜਿਨ੍ਹਾਂ ਨੇ ਇਹ ਗੁਰੂ ਦੀ ਕਿਰਪਾ ਨਾਲ ਦੁਬਦਾ ਮਾਰ ਦਿੱਤੀ, ਉਹਨਾਂ ਤੋਂ ਬਾਰਨੇ ਬਲਹਾਰਨੇ ਜਾਂਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਦੁਬਦਾ ਨੂੰ ਛੱਡ ਕੇ ਨਿਰੰਕਾਰ ਦਾ ਸਰੂਪ ਹੋ ਜਾਓ। ਮੁਕਤ ਪਦਾਰਥ ਹਰ ਰਸ ਚਾਖੇ। ਤੇ ਮੁਕਤ ਪਦਾਰਥ ਉਹਨਾਂ ਨੇ ਹਰੀ ਦੇ ਨਾਮ ਰਸ ਨੂੰ ਚੱਖ ਕੇ ਪ੍ਰਾਪਤ ਕਰ ਲਿਆ, ਮੁਕਤੀ ਪ੍ਰਾਪਤ ਕਰ ਲਈ। ਆਵਣ ਜਾਨ ਰਹੇ ਗੁਰ ਰਾਖੇ। ਉਹਨਾਂ ਦਾ ਜੰਮ ਕੇ ਆਉਣਾ, ਮਰ ਕੇ ਜਾਣਾ ਗੁਰੂ ਨੇ ਰੱਖ ਲਿਆ। ਮੁਰਾਦ ਜੰਮਣਾ ਮਰਨਾ ਖਤਮ ਕਰ ਦਿੱਤਾ। ਸਰਵਰ ਹੰਸਾ ਛੋੜ ਨਾ ਜਾਏ। ਜਿਹੜੇ ਹੰਸ ਨੇ ਨਾ, ਉਹ ਮਾਨ ਸਰੋਵਰ ਨੂੰ ਕਦੇ ਨਹੀਂ ਛੱਡਦੇ। ਹੁਣ ਇਸੇ ਤਰ੍ਹਾਂ ਜਗਿਆਸੂ ਜਿਹੜੇ ਨਾਮ ਜਪ ਜਪ ਕੇ, ਸਿਮਰਨ ਕਰ ਕਰ ਕੇ, ਬਾਣੀ ਪੜ੍ਹ ਪੜ੍ਹ ਕੇ, ਵੇਖੋ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਤੇ ਸਾਰੀ ਰਾਤ ਦੇ ਵਿੱਚ ਸੋ ਹੰਸਾਂ ਦੀ ਨਿਆਈ ਜਿਹੜੇ ਜਗਿਆਸੂ ਸਨ ਨਾ, ਭਾਗਾਂ ਵਾਲੇ, ਉਹ ਸਾਰੀ ਰਾਤ ਜਗਰਾਤਾ ਕਰਦੇ ਰਹੇ। ਕਿਹੜਾ ਜਗਰਾਤਾ? ਰੈਣ ਸਵਾਈ ਕੀਰਤਨ। ਸੋ ਸਰਵਰ ਹੰਸਾਂ ਛੋੜ ਨਾ ਜਾਏ। ਇਸ ਕਰਕੇ ਹੰਸਾਂ ਰੂਪੀ ਸੰਤ ਸਰੋਵਰ ਰੂਪ ਇਹ ਗੁਰੂ ਦਾ ਦਰ ਹੈ, ਕਦੀ ਛੱਡ ਕੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਪ੍ਰੇਮਾ ਭਗਤੀ ਕਰਕੇ ਸਹਿਜ ਗਿਆਨ ਅਵਸਥਾ ਦੁਆਰਾ ਪਰਮੇਸ਼ਰ 'ਚ ਸਮਾ ਜਾਂਦੇ ਨੇ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਜੋ ਸਰੋਵਰ ਹੈ ਮਾਨ ਸਰੋਵਰ ਸਤ ਸੰਗਤ ਰੂਪੀ, ਇਹ ਹੰਸਾਂ ਵਾਸਤੇ ਬਣਿਆ। ਤੇ ਹੰਸ ਮੈਂ ਸਾਗਰ, ਸੋ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਜੋ ਗੁਰੂ ਘਰ ਨੇ ਨਾ, ਇਹ ਸਾਰੇ ਦੇ ਸਾਰੇ ਨਾਮ ਦੇ ਸੋਮੇ ਹਨ, ਨਾਮ ਦੇ ਸਮੁੰਦਰ ਹਨ। ਅਕਥ ਕਥਾ ਗੁਰ ਬਚਨੀ ਆਦਰ। ਪਰਮੇਸ਼ਰ ਦੀ ਕਥਾ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਪਰਮੇਸ਼ਰ ਦੇ ਬਾਰੇ ਕਥਨ ਕਰਕੇ ਕੋਈ ਦੱਸ ਹੀ ਨਹੀਂ ਸਕਦਾ ਪਰਮੇਸ਼ਰ ਦੇ ਬਾਰੇ। ਗੁਰ ਬਚਨੀ ਆਦਰ, ਜਿਨ੍ਹਾਂ ਨੇ ਗੁਰੂ ਦੇ ਪਾਵਨ ਬਚਨਾਂ ਨੂੰ ਕਮਾਉਣਾ ਕੀਤਾ ਹੈ, ਉਹਨਾਂ ਨੂੰ ਵੀ ਆਦਰ ਮਿਲਿਆ। ਗੁਰੂ ਦੇ ਪਾਵਨ ਬਚਨਾਂ ਦੇ ਵਿੱਚ ਵੀ ਆਦਰ ਹੈ। ਸਵਰਨ ਮੰਡਲ ਇੱਕ ਜੋਗੀ ਬੈਸੇ। ਸਤਿਗੁਰੂ ਨਾਨਕ ਦੇਵ ਜੀ ਹੋਰ ਸਮਝਾਉਂਦੇ ਨਹੀਂ। ਜਿਸ ਵੇਲੇ ਸਿਮਰਨ ਕਰਦਿਆਂ ਕਰਦਿਆਂ ਤੁਰੀਆ ਅਵਸਥਾ 'ਚ ਮਨੁੱਖ ਪਹੁੰਚ ਜਾਂਦਾ ਹੈ ਸਵਰਨ ਮੰਡਲ ਦੇ ਵਿੱਚ, ਉੱਥੇ ਪਰਮੇਸ਼ਰ ਦੇ ਨਾਲ ਜੁੜ ਕਰਕੇ ਨਾਰ ਨਾ ਪੁਰਖ ਕਹੋ ਕਉ ਕੈਸੇ। ਉੱਥੇ ਕੋਈ ਇਸਤਰੀ ਪੁਰਸ਼ ਨਹੀਂ ਰਹਿ ਜਾਂਦਾ। ਮੁਰਾਦ ਪਰਮੇਸ਼ਰ ਵਿੱਚ ਇੱਕ ਮਿੱਕੀ ਹੋ ਜਾਂਦਾ ਹੈ। ਇਹ ਪ੍ਰਾਣੀ, ਇਹ ਜੀਵ। ਤਿਰ ਭਵਨ ਜੋਤ ਰਹੇ ਲਿਵ ਲਾਈ। ਤਿਰ ਭਵਨ ਤਿੰਨੇ ਭਵਨਾਂ ਦੇ ਵਿੱਚ ਸੋ ਜੋਤ ਰਹੇ ਲਿਵ ਲਾਈ। ਤਿੰਨਾਂ ਭਵਨਾਂ 'ਚ ਵਸਣ ਵਾਲੇ ਜੀਵ ਸਾਰਿਆਂ ਇੱਕ ਜੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਤੇ ਲਿਵ ਲਾਈ, ਜਿਸ ਲਿਵ ਦੇ ਬਾਰੇ ਆਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਨੇ ਆਖਿਆ, ਸਾਚੀ ਲਿਵੈ ਬਿਨ ਦੇ ਨਮਾਣੀ। ਦੇ ਨਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨੋ ਹੋਰ ਥਾਉ ਨਾਹੀ। ਇਹ ਜਿਹੜਾ ਥਾਉ ਹੈ ਨਾ ਸਤ ਸੰਗਤ ਦਾ, ਇਸ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਲਿਵ ਲੱਗਣ ਵਾਸਤੇ। ਤੁਹਾਡੀ ਲਿਵ ਲੱਗੀ ਤੇ ਤੁਸੀਂ ਸਤ ਸੰਗਤ ਵਿੱਚ ਆਏ ਹੋ।
ਲਿਵ ਲੱਗੀ ਤੇ ਬੈਠ ਕੇ ਹੁਣ ਕਥਾ ਸ਼ਰਵਣ ਕਰਦੇ ਹੋ। ਪਹਿਲਾਂ ਕੀਰਤਨ ਸ਼ਰਵਣ ਕੀਤਾ ਹੈ, ਫਿਰ ਕੀਰਤਨ ਹੋਣਾ ਹੈ, ਫਿਰ ਕਥਾ ਹੋਣੀ, ਗੁਰਬਾਣੀ ਦੇ ਪਾਠ ਹੋਣੇ ਨੇ। ਇਹ ਨਾਮ ਬਾਣੀ ਦੀ ਵਰਖਾ ਸਾਰਾ ਦਿਨ ਹੁੰਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਹਨ, ਸੁਰ ਨਰ ਨਾਥ ਸੱਚੇ ਸਰਣ ਆਈ। ਸੁਰ ਦੇਵਤੇ, ਨਰ ਮਨੁੱਖ ਤੇ ਨਾਥ ਜਿਹੜੇ ਜੋਗੀ ਜਨ ਨੇ, ਇਹ ਸਾਰੇ ਸੱਚੇ ਪਰਮੇਸ਼ਰ ਦੀ ਸ਼ਰਨ ਵਿੱਚ ਹਨ। ਆਨੰਦ ਮੂਲ ਅਨਾਥ ਆਧਾਰੀ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਜੋ ਆਨੰਦ ਗੁਰੂ ਦੇ ਪਾਸੋਂ ਜਾਣਿਆ ਜਾਂਦਾ ਹੈ, ਇਹ ਜਿਨ੍ਹਾਂ ਨੇ ਆਧਾਰੀ ਆਧਾਰ ਬਣਾ ਲੈਣਾ ਕੀਤਾ। ਗੁਰਮੁਖ ਭਗਤ ਸਹਿਜ ਵਿਚਾਰੀ। ਉਹਨਾਂ ਨੇ ਆਪਣਾ ਮੁਖ ਗੁਰੂ ਵੱਲ ਕਰਕੇ ਤੇ ਭਗਤੀ ਕਰਕੇ ਸਹਿਜ ਗਿਆਨ ਅਵਸਥਾ ਦੇ ਵਿੱਚ ਆ ਕੇ ਤੇ ਵਿਚਾਰਾਂ ਕਿਹੜੀਆਂ ਕੀਤੀਆਂ? ਸੰਸਾਰੀ ਵਿਚਾਰਾਂ ਨਹੀਂ ਕੀਤੀਆਂ। ਉਹਨਾਂ ਭਗਤਾਂ ਨੇ, ਉਹਨਾਂ ਸੰਤਾਂ ਨੇ, ਉਹਨਾਂ ਜਗਿਆਸੂ ਜਨਾਂ ਨੇ ਨਾਮ ਦੀਆਂ ਤੁਰੀਆਂ ਅਵਸਥਾ ਦੀਆਂ, ਭਗਤੀ ਦੀਆਂ ਹੀ ਵਿਚਾਰਾਂ ਕੀਤੀਆਂ। ਭਗਤ ਵਚਲ ਭੈ ਕਾਟਣ ਹਾਰੇ। ਤੇ ਪਰਮੇਸ਼ਰ ਦਾ ਬਿਰਧ ਕੀ ਹੈ? ਉਸ ਦਾ ਬਿਰਧ ਹੈ, ਉਹ ਆਪਣੇ ਭਗਤਾਂ ਦੇ ਭੈ ਡਰ ਨੂੰ ਕੱਟ ਦਿੰਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਿਨ੍ਹਾਂ ਨੇ ਨਿਰਭਉ ਦਾ ਨਾਮ ਜਪਿਆ, ਉਸਦੇ ਸਾਰੇ ਹੀ ਭੈ ਡਰ ਦੂਰ ਹੋ ਗਏ। ਹਉਮੈ ਮਾਰ ਮਿਲੇ ਪਗ ਧਾਰੇ। ਉਹਨਾਂ ਨੇ ਹੰਗਤਾ ਨੂੰ ਮਾਰ ਦਿੱਤਾ। ਹੰਗਤਾ ਨੂੰ ਮਾਰਨਾ ਬੜਾ ਹੀ ਕਠਿਨ ਜੀ। ਹੰਗਤਾ ਮਾਰਨੀ ਬੜੀ ਔਖੀ ਏ। ਇਹ ਜੇ ਪੰਜੇ ਨੇ ਨਾ, ਪੰਜਾਂ ਨੂੰ ਮਾਰਨਾ ਬੜਾ ਔਖਾ ਹੈ। ਜਿੱਥੇ ਇੱਕ ਦੀ ਗਿਣਤੀ ਆ ਗਈ, ਉੱਥੇ ਪੰਜਾਂ ਦੀ ਗਿਣਤੀ ਆ ਜਾਏਗੀ। ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰੂ ਜੀ ਕਹਿੰਦੇ ਮਾਰ ਮਿਲੇ ਪਗ ਧਾਰੀ। ਸੋ ਉਹ ਪਗ ਗੁਰੂ ਦੇ ਚਰਨੀ ਲੱਗ ਗਏ, ਜਿਨ੍ਹਾਂ ਨੇ ਹੰਗਤਾ ਨੂੰ ਮਾਰ ਦਿੱਤਾ, ਹੰਗਤਾ ਨੂੰ ਵਸੀਕਾਰ ਕਰ ਲਿਆ। ਅਨਕ ਯਤਨ ਕਰ ਕਾਲ ਸੰਤਾਏ। ਆਓ, ਜੋ ਸਤਿਕਾਰਯੋਗ ਸੈਕਟਰੀ ਜੀ ਕਹਿ ਰਹੇ ਸਨ, ਉਹ ਪੰਕਤੀਆਂ ਆ ਗਈਆਂ। ਕਿਹੜੀਆਂ? ਅਨੇਕਾਂ ਯਤਨ ਕਰੇ ਮਨੁੱਖ ਕਿ ਮੈਂ ਮੌਤ ਤੋਂ ਮਰ ਜਾਵਾਂ, ਪਰ ਮਹਾਰਾਜ ਜੀ ਕਹਿੰਦੇ ਮਰਨ ਨ ਲਖਾਏ ਮੰਡਲ ਮੈਂ ਆਏ। ਇਹ ਸੰਸਾਰ ਮੰਡਲ ਵਿੱਚ ਜਦੋਂ ਪ੍ਰਾਣੀ ਆਉਂਦਾ ਹੈ ਨਾ, ਮੌਤ ਦੀ ਤਰੀਕ ਪਹਿਲਾਂ ਲਿਖਾ ਕੇ ਆਉਂਦਾ ਹੈ। ਗੁਰੂ ਜੀ ਆਖਦੇ ਨੇ, ਗਣ ਘਾਲੇ ਸਭ ਦਿਵਸ ਸਾਸ ਨੇ ਬਡਨ ਘਟਨ ਤਿਲ ਸਾਰ। ਪਰਮੇਸ਼ਰ ਨੇ ਗਿਣ ਕੇ ਸਵਾਸ ਭੇਜੇ ਨੇ। ਇਹ ਪ੍ਰਾਣੀ ਤੂੰ ਇਤਨੇ ਸਾਲ, ਇਤਨੇ ਮਹੀਨੇ, ਇਤਨੇ ਦਿਨ, ਇਤਨੇ ਮਿੰਟ ਸਕਿੰਟ ਜਿਉਣਾ, ਉਸ ਤੋਂ ਵੱਧ ਘੱਟ ਨਹੀਂ ਹੋ ਸਕਦੀਆਂ। ਗਣ ਘਾਲੇ ਗਿਣ ਕੇ ਘੱਲੇ ਨੇ ਪਰਮੇਸ਼ਰ। ਗਣ ਘਾਲੇ ਸਭ ਦਿਵਸ ਸਾਸ ਨੇ ਬਟਨ ਘਟਨ ਤਿਲ ਸਾਰ। ਵੱਧ ਘੱਟ ਨਹੀਂ ਹੋ ਸਕਦੀ। ਮਰਨ ਲਿਖਾਏ ਮੰਡਲ ਮੈਂ ਆਏ। ਇਹ ਸੰਸਾਰ ਮੰਡਲ ਵਿੱਚ ਪ੍ਰਾਣੀ ਮੌਤ ਦੀ ਤਰੀਕ ਲਿਖਾ ਕੇ ਆਉਂਦਾ ਹੈ। ਜਨਮ ਪਦਾਰਥ ਦੁਬਦਾ ਖੋਵੈ। ਪਰ ਇਹ ਸੰਸਾਰ ਵਿੱਚ ਆ ਕੇ ਨਾ, ਇਹ ਜਿਹੜਾ ਜਨਮ ਪਦਾਰਥ ਹੈ ਨਾ, ਇਹ ਦੁਬਦਾ ਦੇ ਵਿੱਚ ਖੋ ਦਿੰਦਾ ਹੈ, ਨਾਸ ਕਰ ਦਿੰਦਾ ਹੈ। ਜਿਨ੍ਹਾਂ ਨੇ ਸੰਸਾਰ 'ਤੇ ਆ ਕੇ ਦੁਬਦਾ ਨੂੰ ਮਾਰ ਦਿੱਤਾ, ਦੁਬਦਾ ਨੂੰ ਵਸੀਕਾਰ ਕਰ ਲਿਆ, ਉਹਨਾਂ ਦਾ ਜਨਮ ਸਫਲਾ ਹੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਛੇਵੀਂ ਪੌੜੀ ਦੀ ਸੰਪੂਰਨਤਾ ਕਰਦਿਆਂ ਹੋਇਆਂ ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਆਪ ਨਾ ਚੀਨਸ। ਆਪ ਨਾਮ ਪਤਾ ਕੀ ਹੈ? ਆਪਣੇ ਆਪ ਦਾ। ਮੈਂ ਕੀ ਹਾਂ? ਮਨੁੱਖ ਸਮਝਦਾ ਮੈਂ ਸਰੀਰ ਹਾਂ, ਪਰ ਸਰੀਰ ਨਹੀਂ ਹੈ। ਗੁਰੂ ਜੀ ਨੇ ਆਖਿਆ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਜਿਹੜਾ ਜਿਸ ਨੇ ਆਪਣੇ ਆਪ ਨੂੰ ਸਵਾਰ ਲਿਆ, ਆਪਣੇ ਆਪ ਨੂੰ ਸਵਾਰਨ ਦੇ ਵਾਸਤੇ ਸੋ ਸਭ ਤੋਂ ਪਹਿਲੀ ਰਹਿਤ ਹੈ ਕਿ ਖੰਡੇ ਬਾਟੀ ਦਾ ਅੰਮ੍ਰਿਤ ਛਕਿਆ ਜਾਏ। ਅੰਮ੍ਰਿਤ ਛਕ ਕੇ ਗੁਰੂ ਦੀ ਰਹਿਣੀ ਵਿੱਚ ਰਿਹਾ ਜਾਏ ਤੇ ਫਿਰ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਹੋ ਜਾਏਗਾ ਮਨੁੱਖ। ਪੌੜੀ ਵੀ ਪੌੜੀ ਚੜ੍ਹੋ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਵੱਧ ਤੋਂ ਵੱਧ ਬਾਣੀ ਪੜ੍ਹੋ, ਵੱਧ ਤੋਂ ਵੱਧ ਸੇਵਾ ਕਰੋ, ਤਾਂ ਜੋ ਮਨ ਜੇ ਰਹਿ ਨਾ, ਮਨ ਇਹ ਮਨ ਦਾ ਹੀ ਹੈ ਸਾਰਾ ਪੁਆੜਾ। ਆਖਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ।
ਸੋ ਸਤਿਗੁਰੂ ਜੀ ਕਥਨ ਕਰਦੇ ਨੇ, ਆਪ ਨਾ ਚੀਨਸ, ਜਿਸ ਨੇ ਆਪਣੇ ਆਪ ਨੂੰ ਚੀਨਸ ਪਛਾਣਿਆ ਹੀ ਨਹੀਂ, ਉਹ ਭਰਮ ਵਿੱਚ ਪਿਆ ਹੋਇਆ ਅੰਤ ਨੂੰ ਸੰਸਾਰ ਤੋਂ ਜਾ ਕੇ ਰੁਦਨ ਹੀ ਕਰੇਗਾ, ਰੋਵੇਗਾ। ਕਹਿ ਤੋ ਪੜ੍ਹ ਤੋ ਸੁਣ ਤੋ ਏਕ, ਕਈ ਵੀ ਜਾਂਦੇ ਨੇ, ਪੜ੍ਹੀ ਵੀ ਜਾਂਦੇ ਨੇ, ਆਪਾਂ ਸੁਣੀ ਵੀ ਜਾਂਦੇ ਹਾਂ। ਕੀ ਸੁਣਦੇ ਹਾਂ? ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇੱਕ ਹੈ ਰੱਬ। ਅਤੇ ਇੱਕ ਨੂੰ ਛੱਡ ਕੇ ਫਿਰ ਆਪਾਂ ਹੋਰਨਾਂ ਨੂੰ ਕਿਉਂ ਮੰਨਦੇ ਹਾਂ? ਇੱਕ ਅਕਾਲ ਪੁਰਖ ਨੂੰ ਮੰਨੀਏ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੀਂ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ। ਧੀਰਜ ਧਰਮ ਧਰਨੀ ਤਰ ਟੇਕ, ਜਿਨ੍ਹਾਂ ਨੇ ਧਰਮ ਨੂੰ ਧਾਰਨ ਕਰ ਲਿਆ ਉਹਨਾਂ ਨੂੰ ਧੀਰਜ ਵੀ ਮਿਲ ਗਿਆ। ਅਤੇ ਧਰਨੀ ਤਰ ਟੇਕ, ਉਹਨਾਂ ਦੀ ਟੇਕ ਇੱਕ ਧਰਨੀ ਤਰ, ਜੋ ਸਾਰੀ ਧਰਤੀ ਨੂੰ ਆਸਰਾ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਉੱਪਰ ਟੇਕ ਬਣ ਜਾਂਦੀ ਹੈ। ਜਾਤ ਸਤ ਸੰਜਮ ਹਿਰਦੈ ਸਮਾਏ, ਉਹਨਾਂ ਨੇ ਜਤ ਨੂੰ ਵੀ ਧਾਰਨ ਕੀਤਾ, ਸਤ ਨੂੰ ਵੀ ਧਾਰਨ ਕੀਤਾ ਅਤੇ ਸੰਜਮ ਵੀ ਧਾਰਨ ਕਰ ਲਿਆ। ਆਪਾਂ ਰੋਜ਼ ਸੁਣਦੇ ਨਾ ਰਹਿ ਰਸ ਦੀ ਪਾਵਨ ਬਾਣੀ 'ਚ, ਜਾਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਇੰਝ ਬੇਨਤੀਆਂ ਕਰੀਏ। ਸੋ ਚੌਥੇ ਪਦ ਕੋ ਜੇ ਮਨ ਪਤੀ ਆਏ, ਚੌਥਾ ਪਦ ਕਿਹੜਾ ਜੇ? ਧਿਆਨ ਦੇ ਕੇ ਸ਼ਰਵਣ ਕਰਨਾ। ਆਪਾਂ ਸਾਰੇ ਤਿੰਨਾਂ ਪਦਾਂ ਵਿੱਚ ਹਾਂ, ਰਜੋ ਸਤੋ ਤਮੋ। ਇਹਨਾਂ ਤੋਂ ਉੱਪਰ ਚੌਥਾ ਪਦ ਕਿਹੜਾ? ਤੁਰੀਆ ਅਵਸਥਾ, ਬ੍ਰਹਮ ਗਿਆਨ ਦੀ ਅਵਸਥਾ, ਪਰਮੇਸ਼ਰ ਦੀ ਪ੍ਰਾਪਤੀ ਦੀ ਅਵਸਥਾ। ਚੌਥੇ ਪਦ ਕੋ ਜੇ ਮਨ ਪਤੀ ਆਏ, ਜਿਹੜੇ ਕਹਿੰਦੇ ਗੱਪਾਂ ਹੀ ਨੇ। ਮਹਾਰਾਜ ਜੀ ਦੀ ਬਾਣੀ 'ਤੇ ਸੱਚ ਹੈ ਤਿੰਨ ਕਾਲ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦਾ ਮਨ ਪਤੀਜ ਗਿਆ ਚੌਥੇ ਪਦ ਦੇ ਵਿੱਚ, ਜਿਨ੍ਹਾਂ ਨੇ ਚੌਥੇ ਪਦ ਦੀ ਪ੍ਰਾਪਤੀ ਕਰ ਲਈ, ਉਹਨਾਂ ਦੇ ਬਾਰੇ ਆਖਰੀ 8ਵੀਂ ਪੌੜੀ 'ਚ ਸਤਿਗੁਰੂ ਨਾਨਕ ਦੇਵ ਜੀ ਸਮਾਪਤੀ ਕਰਦੇ ਹੋਏ ਕਥਨ ਕਰਦੇ ਨੇ, ਸਾਚੇ ਨਿਰਮਲ ਮੈਲ ਨਾ ਲਾਗੈ। ਉਹ ਸੱਚੇ ਪਰਮੇਸ਼ਰ ਨਾਲ ਜੁੜ ਕੇ ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ। ਜਿਵੇਂ ਪਰਮੇਸ਼ਰ ਮੈਲ ਤੋਂ ਰਹਿਤ ਹੈ, ਉਹਨਾਂ ਨੂੰ ਵੀ ਮੈਲ ਨਹੀਂ ਲੱਗਦੀ। ਤੁਰੀਆ ਅਵਸਥਾ 'ਚ, ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਕੇ। ਗੁਰ ਕੈ ਸ਼ਬਦ ਭਰਮ ਪਾਉ ਭਾਗੈ, ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ, ਮੂਲ ਮੰਤਰ ਵਾਹਿਗੁਰੂ ਮੰਤਰ ਦੀ ਕਮਾਈ ਕੀਤੀ, ਪਾਵਨ ਬਾਣੀ ਦਾ ਜਾਪ ਕੀਤਾ, ਸੇਵਾ ਸਿਮਰਨ ਕੀਤਾ, ਸੋ ਉਹਨਾਂ ਨੇ ਭਰਮ ਅਤੇ ਭਾਉ ਭਾਗੈ। ਉਹਨਾਂ ਦੇ ਹਿਰਦੇ 'ਚੋਂ 5 ਪ੍ਰਕਾਰ ਦੇ ਸੋ ਜਿਹੜੇ ਭਰਮ ਨੇ ਅਤੇ ਭਾਉ ਡਰ ਜਿਹੜਾ ਉਹ ਭਾਗਾ ਭੱਜ ਜਾਂਦਾ ਹੈ, ਦੂਰ ਹੋ ਜਾਂਦਾ ਹੈ। ਸੂਰਤ ਮੂਰਤ ਆਦਿ ਅਨੂਪ, ਉਹ ਅਕਾਲ ਪੁਰਖ ਵਾਹਿਗੁਰੂ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੀਆਂ ਆਖਰੀ 2 ਪੰਕਤੀਆਂ 'ਚ ਸਾਨੂੰ ਸਮਝਾ ਰਹੇ ਨੇ। ਉਹ ਪਰਮੇਸ਼ਰ ਨਾ ਮੂਰਤੀਆਂ ਵਿੱਚ ਆਉਂਦਾ ਹੈ, ਨਾ ਉਸ ਦਾ ਕੋਈ ਚੱਕਰ ਚਿਹਨ ਹੈ। ਜੋ ਦਸਮ ਪਾਤਸ਼ਾਹ ਜੀ ਨੇ ਆਖਿਆ ਨਾ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਿਹਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਤਰਨ ਕਹਿਤ ਤੋਐ, ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸਮਤ। ਉਹ ਸੂਰਤੀਆਂ 'ਚ ਮੂਰਤੀਆਂ 'ਚ ਨਹੀਂ ਹੁੰਦਾ ਅਤੇ ਆਦਿ ਅਨੂਪ, ਆਦਿ ਕਾਲ ਤੋਂ ਹੈ ਉਹ ਪਰਮੇਸ਼ਰ। ਅਨੂਪ ਉਪਮਾ ਤੋਂ ਰਹਿਤ ਹੈ, ਉਸ ਦੀ ਉਪਮਾ ਜ਼ੁਬਾਨ ਨਾਲ ਕੀਤੀ ਨਹੀਂ ਜਾ ਸਕਦੀ। ਆਓ ਸਮਾਪਤੀ ਕਰੀਏ। ਨਾਨਕ ਜਾਚੈ ਸਾਚ ਸਰੂਪ, ਧੰਨ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਨੇ, ਉਹ ਸੱਚੇ ਸਰੂਪ ਨੂੰ ਆਪਾਂ ਵੀ ਜਾਚਨਾ ਕਰੀਏ, ਮੰਗਣਾ ਕਰੀਏ। ਐਸੀ ਰਹਿਮਤ ਕਰੋ, ਬਖਸ਼ਿਸ਼ ਕਰੋ, ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ। ਇਹ ਮਹਾਰਾਜ ਜੀ ਨੇ ਅੱਜ ਪ੍ਰਕਾਸ਼ ਦੇ ਸਮੇਂ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਵੱਲੋਂ ਬਖਸ਼ਿਸ਼ ਹੋਇਆ ਪਾਵਨ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਏ। ਪਾਵਨ ਉਪਦੇਸ਼ ਨੂੰ ਕਮਾਈਏ, ਕਮਾ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਇੱਕ ਦੀਵਾਨ ਹੋਰ ਹੈ 12 ਵਜੇ ਤੋਂ ਲੈ ਕੇ ਅਤੇ 12:40 ਤੱਕ। ਉਸ ਵਿੱਚ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਜੀਵਨ, ਭਗਤ ਰਵਿਦਾਸ ਜੀ ਦਾ ਜੀਵਨ ਔਰ ਗੁਰਮਤਿ ਵਿਚਾਰਾਂ ਆਪਾਂ ਸ਼ਰਵਣ ਕਰਾਂਗੇ।
ਸੋ ਦਾਸ ਤੋਂ ਇਸ ਅਸਥਾਨ 'ਤੇ ਜਿਤਨਾ ਚਿਰ ਸੇਵਾ ਕਰਦਾ ਰਿਹਾ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਅੰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰਾਨਾ ਹੈ ਹੀ। ਆਪ ਜੀ ਦਾ ਵੀ ਸ਼ੁਕਰਾਨਾ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ। ਭੁੱਲਾਂ ਦੀ ਖਿਮਾ ਕਰੋ। ਆਓ ਆਖਰੀ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਕਰੀਏ। ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਭਰਮ ਪਉ ਭਾਗੈ। ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 गरीब निवाज गुसैया मेरा, माथे छत्र धरे। गरीब निवाज गुसैया मेरा, माथे छत्र धरे। ऐसी लाल तुझ बिन कौन करे, ऐसी लाल तुझ बिन कौन करे। गरीब निवाज गुसैया मेरा, माथे छत्र धरे। जपो जी गरीब निवाज गुसैया मेरा, माथे छत्र धरे। ऐसी लाल तुझ बिन कौन करे, ऐसी लाल। जाकी छोत जगत को लागे,
जाकी छोत जगत को लागे, ता पर तू ही ठहरे। ता पर तू ही ठहरे। नीचे है ऊंच करे मेरा गोविंद, मेरा गोविंद, मेरा गोविंद, मेरा गोविंद, मेरा गोविंद। नीचे नीचे ऊंच करे, नीचे ऊंच करे मेरा गोविंद, मेरा गोविंद, मेरा गोविंद, मेरा गोविंद। नीचे ऊंच करे मेरा गोविंद, नीचे ऊंच करे मेरा गोविंद। काहू ते ना डरे, काहू ते ना डरे, गरीब निवाज गुसैया मेरा माथे छतर धरे। धरे गरीब निवाज गुसैया मेरा माथे छतर धरे। ऐसी लाल तुझ बिन कौन करे, ऐसी लाल तुझ बिन कौन करे। गरीब निवाज गुसैया मेरा माथे छतर धरे। जप लो गरीब निवाज गुसैया मेरा माथे छतर धरे। ऐसी लाल तुझ बिन कौन करे, ऐसी लाल तुझ बिन कौन करे, ऐसी लाल। नामदेव कबीर त्रिलोचन, नामदेव कबीर त्रिलोचन, सदना सैन करे, सदना सैन करे। कह रविदास सुनो रे संतो, सुनो 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 रे संतो, रे संतो, रे संतो। कह रविदास, कह रविदास, सुनो सुनो सुनो। कह रविदास सुनो
ਹਰ ਜਿਉ ਤੇ ਸਭੈ ਸਰੈ, ਹਰ ਜਿਉ ਤੇ ਸਭੈ ਸਰੈ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਐਸੀ ਲਾਜ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਰਾਜਸਥਾਨ ਦਾ ਰਾਜਾ ਪੀਪਾ ਜਦੋਂ ਭਗਤ ਰਵਿਦਾਸ ਜੀ ਤੋਂ ਬਖਸ਼ਿਸ਼ਾਂ ਲਈਆਂ ਨੇ, ਰੱਬ ਨਾਲ ਜੁੜ ਗਿਆ। ਤਲਾਸ਼ ਸੀ ਐਸੀ ਰੂਹ ਦੀ, ਤੇ ਭਗਤ ਰਵਿਦਾਸ ਜੀ ਕੱਲੀ ਜੁੱਤੀਆਂ ਨਹੀਂ ਗੰਢਦੇ ਸੀ, ਟੁੱਟੇ ਹੋਏ ਮਨ, ਟੁੱਟੀਆਂ ਹੋਈਆਂ ਰੂਹਾਂ ਵੀ ਗੰਢ ਦਿੰਦੇ ਸਨ। ਕਿਹਦੇ ਨਾਲ? ਰੱਬ ਨਾਲ। ਉਹਦੇ ਰੰਗ ਵਿੱਚ ਰੰਗੇ ਜਾਂਦੇ ਸਨ। ਇਸ ਭਗਤ ਨੂੰ, ਇਸ ਰਾਜੇ ਨੂੰ ਜਦੋਂ ਭਗਤ ਬਣਾ ਦਿੱਤਾ ਨਾ, ਤੇ ਭਗਤ ਰਵਿਦਾਸ ਜੀ ਨੂੰ ਇਹਨੇ ਹਾਥੀ ਤੇ ਬਿਠਾਇਆ ਤੇ ਸੰਗਤਾਂ ਵਿੱਚ ਲਿਆ ਕੇ ਫੁੱਲਾਂ ਦੀ ਵਰਖਾ ਕੀਤੀ, ਜੈ ਜੈਕਾਰਾਂ ਕੀਤੀਆਂ, ਹਾਥੀ ਤੇ ਸਿੰਘਾਸਣ ਸਜਾਇਆ ਤੇ ਭਗਤ ਰਵਿਦਾਸ ਜੀ ਦੀ ਜੈ ਜੈਕਾਰਾਂ, ਫੁੱਲਾਂ ਦੀਆਂ ਵਰਖਾਂ, ਜਕਾਰੇ, ਦੂਰੋਂ ਦੂਰੋਂ ਸੰਗਤਾਂ ਆਈਆਂ। ਤੇ ਭਗਤ ਰਵਿਦਾਸ ਜੀ ਹਾਥੀ ਦੇ ਉੱਪਰ ਬਹਿ ਕੇ ਪਤਾ ਕੀ ਕਹਿੰਦੇ ਨੇ ਰੱਬ ਨੂੰ, ਐਸੀ ਲਾਲ ਤੁਝ ਬਿਨ ਕੌਣ ਕਰੇ। ਇਹ ਜੈ ਜੈਕਾਰ ਮੇਰੀ ਨਹੀਂ, ਤੇਰੀ ਹੈ, ਤੂੰ ਕਰਵਾਉਣ ਵਾਲਾ ਹੈ। ਮੈਂ ਜੁੱਤੀਆਂ ਗੰਢਣ ਵਾਲਾ, ਨੀਚ ਜਾਤ ਹਰ ਜਪਦਿਆ ਉੱਤਮ ਪਦਵੀ ਪਾਈ। ਅਸੀਂ ਜਾਤਾਂ ਪਾਤਾਂ ਵਿੱਚ ਰਹਿ ਗਏ ਤੇ ਭਗਤ ਰਵਿਦਾਸ ਜ਼ਿੰਦਗੀ ਦੀ ਬਾਜੀ ਜਿੱਤ ਗਏ ਤੇ ਸਾਰੇ ਬ੍ਰਹਿਮੰਡ ਨੂੰ ਜਿੱਤ ਕੇ ਕਹਿੰਦੇ ਨੇ, ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਇਹ ਸ੍ਰਿਸ਼ਟੀ, ਇਹ ਧਰਤੀ, ਇਹ ਦੁਨੀਆ ਕਿਸੇ ਦੇ ਬਾਪੂ ਦੀ ਜਾਗੀਰ ਨਹੀਂ। ਕੋਈ ਵੀ ਇਹਦਾ ਰਸ ਲੈ ਸਕਦਾ ਹੈ, ਪਰ ਅਸੀਂ ਲੈਂਦੇ ਹੀ ਨਹੀਂ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਭਗਤ ਰਵਿਦਾਸ ਜੀ ਦੀ ਇਹ ਪੰਕਤੀਆਂ ਕਹਿੰਦੇ ਨੇ, ਤੈਨੂੰ ਤੇਰੇ ਗੁਰੂ ਨੇ ਏਡਾ ਵੱਡਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਤੂੰ ਛੋਟਾ ਹੀ ਬਣਦਾ ਗਿਆ। ਛੋਟੀਆਂ ਗੱਲਾਂ, ਛੋਟੀ ਸੋਚ, ਛੋਟਾ ਦਾਇਰਾ, ਨੀਚ ਗੱਲਾਂ। ਸਤਿਗੁਰੂ ਕਹਿ ਰਹੇ ਨੇ, ਮੈਨੂੰ ਲੋਕੀ ਕਹਿੰਦੇ ਨੇ ਤੂੰ ਚਮਾਰ ਹੈ, ਪਰ ਮੈਂ ਉਹਦਾ ਬਣ ਕੇ ਸਾਰੇ ਬ੍ਰਹਿਮੰਡ ਨੂੰ ਜਿੱਤ ਲਿਆ ਹੈ। ਭਗਤ ਰਵਿਦਾਸ ਜੀ ਦੀ ਜੈ ਜੈਕਾਰ ਹੋਈ, ਹਾਥੀ ਤੇ ਬਿਠਾ ਕੇ ਦੁਨੀਆ, ਰਾਜਾ ਪੀਪਾ ਜੈ ਜੈਕਾਰ ਕਰਦਾ ਏ, ਪਰ ਭਗਤ ਰਵਿਦਾਸ ਜੀ ਨਿਰੰਕਾਰ ਨੂੰ ਕਹਿੰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਇਹ ਛਤਰ ਤੂੰ ਹੀ ਝੁਲਾ ਰਿਹਾ ਹੈ। ਛਤਰ ਝੁਲ ਰਹੇ ਨੇ ਅੱਜ ਮੇਰੇ ਉੱਪਰ, ਤੇਰੇ ਸੇਵਕ ਤੇ। ਇਹ ਮੇਰੇ ਤੇ ਨਹੀਂ, ਇਹ ਤੇਰੇ ਤੇ ਝੁਲ ਰਹੇ ਨੇ। ਇੱਕ ਵਾਰੀ ਪਾਵਨ ਪੰਕਤੀਆਂ ਗਾਓ, ਸਾਨੂੰ ਨਿੱਕੀ ਜਿੰਨੀ ਵਡਿਆਈ ਮਿਲ ਜਾਏ ਤੇ ਸਾਡਾ ਸਰੀਰ ਅਕੜ ਜਾਂਦਾ ਹੈ। ਸਾਡਾ ਸਰੀਰ ਹੀ ਅਕੜ ਜਾਂਦਾ ਹੈ, ਬੋਲਣ ਦਾ ਤਰੀਕਾ ਬਦਲ ਜਾਂਦਾ ਹੈ।
ਸਤਿਗੁਰੂ ਕਹਿ ਰਹੇ ਨੇ ਜੇ ਵਡਿਆਈ ਮਿਲੇ ਤਾਂ ਤੂੰ ਵੀ ਉਹਦੇ ਸ਼ੁਕਰ ਵਿੱਚ ਜੁੜਿਆ ਕਰ। ਰੱਬ ਨਾ ਕਰੇ ਜੇ ਦੁੱਖਾਂ ਦੀ ਘੜੀ ਆ ਜਾਏ ਤਾਂ ਵੀ ਉਹਦੇ ਸ਼ੁਕਰ ਵਿੱਚ ਜੁੜਿਆ ਕਰ। ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਜਪੋ ਪਾਈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ। ਐ ਸਤਿਗੁਰੂ ਨੀਚੇ ਊਚ ਕਰੇ ਮੇਰਾ ਗੋਬਿੰਦ, ਤੂੰ ਕੀੜੇ ਨੂੰ ਪਾਤਸ਼ਾਹੀ ਥਾਪ ਸਕਦਾ ਹੈ। ਤੇਰੇ ਘਰ ਵਿੱਚ ਉਹ ਪਾਵਰ ਹੈ, ਕੀੜਾ ਥਾਪ ਦੇ ਪਾਤਸ਼ਾਹੀ। ਯਾਦ ਰੱਖਣਾ, ਜਿਹੜੇ ਬਹੁਤ ਵੱਡੀ ਪਦਵੀ ਨੂੰ ਕਬੂਲ ਹੋ ਗਏ ਨਾ, ਗੁਰੂ ਨਾਨਕ ਵਰਗੇ ਹੀ ਹੋ ਗਏ, ਗੁਰੂ ਦਾ ਰੂਪ ਹੋ ਗਏ, ਕਹਿੰਦੇ ਨੇ ਫਿਰ ਉਹ ਮਿਟ ਵੀ ਇੰਨੇ ਗਏ, ਆਪਣੇ ਆਪ ਨੂੰ ਅੱਗੇ ਹੀ ਨਹੀਂ ਰੱਖਿਆ, ਆਪਣੇ ਆਪ ਨੂੰ ਅੱਗੇ ਨਹੀਂ ਰੱਖਿਆ। ਕਹਿੰਦੇ ਤੇਰੀ ਹੀ ਜੈ ਜੈਕਾਰ ਹੈ। ਪਰ ਇਹ ਬਖਸ਼ਿਸ਼ ਮਿਲਦੀ ਪਤਾ ਕਿਹਨਾਂ ਨੂੰ ਹੈ? ਜਿਹੜੇ ਅਰਦਾਸ ਕਰਦੇ ਨੇ, ਸਤਿਗੁਰੂ ਮੈਨੂੰ ਇਸ ਜਨਮ ਵਿੱਚ ਆਪਣਾ ਬਣਾ ਲੈ, ਤੇਰੇ ਤੋਂ ਬਗੈਰ ਜੀਵਨ ਵਿਅਰਥ ਹੈ, ਤੇਰੇ ਤੋਂ ਬਗੈਰ ਜ਼ਿੰਦਗੀ ਕਿਸੇ ਕੰਮ ਦੀ ਨਹੀਂ, ਤੇਰੇ ਤੋਂ ਬਗੈਰ ਇੱਕ ਇੱਕ ਸਵਾਸ ਵੀ ਕਿਸੇ ਕੰਮ ਦਾ ਨਹੀਂ। ਅੱਜ ਬੰਦਾ ਕੇਵਲ ਇਹ ਸੋਚੀ ਜਾਂਦਾ ਹੈ ਵੀ ਮੈਂ ਬਹੁਤਾ ਕੁਝ ਇਕੱਠਾ ਕਰ ਲਵਾਂ, ਸ਼ਾਇਦ ਜ਼ਿੰਦਗੀ ਦੀ ਬਾਜੀ ਜਿੱਤ ਜਾਵਾਂਗਾ। ਸਤਿਗੁਰੂ ਕਹਿ ਰਹੇ ਨੇ ਵੱਡੇ ਵੱਡੇ ਹਾਰ ਗਏ, ਜਿੱਤ ਕੇ ਉਹ ਗਏ ਜਿਨ੍ਹਾਂ ਦਾ ਮਨ, ਜਿਨ੍ਹਾਂ ਦੀ ਰੂਹ ਨਿਰਮਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੁੜ ਗਈ ਹੈ, ਸੁਹਾਗਣ ਹੋ ਗਏ ਨੇ, ਰੱਬ ਵਰਗੇ ਹੋ ਗਏ ਨੇ। ਤਜ ਅਭਿਮਾਨ ਸੁਖ ਰਲੀਆਂ ਮਾਨੇ, ਤਜ ਅਭਿਮਾਨ ਸੁਖ ਰਲੀਆਂ ਮਾਨੇ। ਤਜ ਅਭਿਮਾਨ ਸੁਖ ਰਲੀਆਂ ਮਾਨੇ, ਤਜ ਅਭਿਮਾਨ ਸੁਖ ਰਲੀਆਂ ਮਾਨੇ। ਸਹਿ ਕਿਸਾਰ ਸੁਹਾਗਣ ਜਾਵੇ, ਸਹਿ ਕਿਸਾਰ ਸੁਹਾਗਣ ਜਾਵੇ। ਤਜ ਅਭਿਮਾਨ ਸੁਖ ਰਲੀਆਂ ਮਾਨੇ, ਤਜ ਅਭਿਮਾਨ ਸੁਖ ਰਲੀਆਂ ਮਾਨੇ। ਸਹਿ ਕਿਸਾਰ ਸੁਹਾਗਣ ਜਾਵੇ, ਸਹਿ ਕਿਸਾਰ ਸੁਹਾਗਣ ਜਾਣੇ। ਤਨ ਮਨ ਦੇ ਨਾ ਅੰਤਰ ਰਾਖੇ, ਅਵਰਾ ਦੇਖਣਾ ਸੁਨੇ ਅਪਾਖੇ। ਸੋਕਤ ਜਾਣੇ ਪੀਰ ਪਰਾਈ, ਜਾਕੇ ਅੰਤਰ ਦਰਦ ਨ ਪਾਈ, ਦਰਦ ਨ ਪਾਈ। ਤਜ ਅਭਿਮਾਨ ਸੁਖ ਰਲੀਆਂ ਮਾਨੇ, ਤਜ ਅਭਿਮਾਨ ਸੁਖ ਰਲੀਆਂ ਮਾਨੇ। ਸਹਿ ਕਿਸਾਰ ਸੁਹਾਗਣ ਜਾਣੇ, ਸਹਿ ਕਿਸਾਰ ਸੁਹਾਗਣ ਜਾਣੇ। ਦੁਹਾਗਣ ਦੋਏ ਪਖਹੀਨੀ, ਜਿਨ ਨਹਾ ਨਿਰੰਤਰ ਭਗਤ ਲਾਗੀਨੀ। ਪੁਰਸ ਲਾਤ ਕਾ ਪੰਥ ਦੋਹੇਲਾ,
संग ना साथी गवन अकेला, गवन अकेला। तज अभिमान सुख रलिया माने, तज अभिमान सुख रलिया माने। सह की सार सुहागन जाने, सह की सार सुहागन जाने। तज अभिमान सुख रलिया माने, तज अभिमान सुख रलिया माने। सह की सार सुहागन जाने, सह की सार सुहागन जाने। दुखिया दर्द वंद दर आया, बहुत प्यास जवाब न पाया। कह रविदास शरण प्रभ तेरी, जो जानो त्यों करगत मेरी। कह रविदास शरण प्रभ शरण प्रभ तेरी, जो जानो त्यों करगत मेरी, करगत मेरी, करगत मेरी, करगत मेरी, करगत मेरी। ज्यों जानो त्यों राख, हर प्रभु तेरे आके ते गनो असंख। केते गनो असंख अवगुण मेरे आ। कह रविदास, रविदास कह रविदास शरण प्रभ तेरी, जो जानो त्यों करगत मेरी। कह रविदास शरण प्रभ तेरी, जो जानो त्यों करगत मेरी, करगत मेरी। तज अभिमान सुख रलिया माने, तज अभिमान सुख रलिया माने। सह की सार सुहागन जाने, सह की सार सुहागन जाने। तज अभिमान सुख रलिया माने, तज अभिमान सुख रलिया माने। सह की सार सुहागन जाने, 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 सुहागन जाने।